एक ओंकार सतगुर प्रसाद। ऐसो गुण मेरो प्रभ जी कीन, पंच दोख अर अहंग रोग। एह तन ते सगल दूर कीन, ऐसो गुण मेरो प्रभ जी कीन। पंच दोख अर अहंग रोग। एह तन ते सगल दूर कीन। रहाओ बंधन तोर शोर बिख्या ते गुर को शब्द मेरा हियर है दीन। रूप अनरूप मोरो कछ ना विचार्यो, प्रेम गह्यो मोहे हार रंग भीन। पेखियो लालन पाट बीच खोए, आनंद चिता हरखे पतीन। तिस ही को गृह सोई प्रभ नानक, सो ठाकुर तिस ही को धीन। पेखियो लालन पाट बीच खोए, आनंद चिता हरखे पतीन। तिस ही को गृह सोई प्रभ नानक, सो ठाकुर तिस ही को धीन। वाहिगुरु जी का खालसा, वाहिगुरु जी की फतेह। सतगुरु श्री गुरु ग्रंथ साहिब महाराज जी की पवित्र हजूरी अंदर धन बाबा जोरावर सिंह जी, धन बाबा फतेह सिंह जी, धन मात गुजर कौर जी के महान शहीदी अस्थान ते सत्कार प्यार विच सजी साध संगत गुरु रहमत दे नाल गुरु हजूरी अंदर सज के बैठे हो। गुर शब्द नाल मन चित ला के जुड़े हो। विचार आरंभण तो पहला अपने मन की एकाग्रता लई, अपने भले लई, मनुखता के भले लई, हर दुखियारे लाचार बेवस दी मन करके भावना करके मदद करने वास्ते, ਉਹਦੇ सुख वास्ते, ਉਹਦੇ ਸਕੂਨ वास्ते, हक सच ਲਈ ਜੂਝਣ ਵਾਲਿਆਂ ਦੀ ਚੜ੍ਹਦੀ ਕਲਾ वास्ते ਜ਼ਰੂਰ हर रोज़ योगदान पाओ। चित करके सिमरो वाहिगुरु 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 वाहिगुरु। सतनाम श्री वाहिगुरु। सतगुरु जी ने बख्शिश की साडे उत्ते। हजूर पंचम पातशाह रहमत कर रहे कि जिन्हों असी कहते हैं मूल नाल जुड़ना की प्राप्त होंदा है, क्यों जुड़िए, ये मन पुछदा ना, मैनू की फायदा होएगा। एक रुख अपनी जड़ नाल जुड़ेगा, की फायदा होएगा? कल्ला उन्होंने नहीं फायदा होएगा, जिहड़ा उहदा संग करेगा उन्होंने भी फायदा होएगा। कोई पंछी आके बैठेगा, कोई ठंडी शाम आनेगा, कोई मिठा फल खाएगा,
ਉਹਦਾ ਵਿਸਥਾਰ ਹੋਏਗਾ, ਉਹਦੀ ਪਰਵਰਿਸ਼ ਹੋਏਗੀ। ਕੱਲਾ ਉਸ ਰੁੱਖ ਦਾ ਹੀ ਨਹੀਂ ਭਲਾ ਹੁੰਦਾ, ਜਿਹੜਾ ਨੇੜਿਓਂ ਦੀ ਗੁਜ਼ਰਦਾ ਉਹਦਾ ਵੀ ਭਲਾ ਹੁੰਦਾ ਜੇ ਉਹ ਰੁੱਖ ਮੂਲ ਨਾਲ ਜੁੜ ਜਾਏ। ਇਸੇ ਤਰ੍ਹਾਂ ਜੇ ਮਨੁੱਖ ਮੂਲ ਨਾਲ ਜੁੜ ਜਾਏ, ਰੁੱਖ ਦਾ ਮੂਲ ਤੇ ਧਰਤੀ ਵਿੱਚ ਹੈ ਨਾ, ਰੁੱਖ ਦੀ ਜੜ੍ਹ, ਤੇ ਸਾਡਾ ਮੂਲ ਸ਼ਬਦ ਵਿੱਚ ਹੈ ਸਾਧ ਸੰਗਤ, ਮਨੁੱਖ ਦਾ। ਕਿਉਂਕਿ ਅਸੀਂ ਬਣੇ ਹੀ ਸ਼ਬਦ ਤੋਂ। ਗੱਲ ਸਿਰਫ ਸਿੱਖਾਂ ਦੀ ਨਹੀਂ ਸਾਧ ਸੰਗਤ, ਓਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਓਪਤ ਹੋਵੇ। ਇਹ ਖੇਡ ਹੀ ਸਾਰੀ ਸ਼ਬਦ ਦੀ ਹੈ। ਜਿਹਨੂੰ ਕਵਾਓ ਵੀ ਕਿਹਾ, ਕੀਤਾ ਪਸਾਓ, ਇੱਕ ਹੈ ਕਵਾਓ। ਤਿਸਤੇ ਹੋਵੇ, ਉਹਦੇ ਕਵਾਓ ਤੋਂ, ਉਹਦੇ ਵਾਕ ਤੋਂ ਹੀ ਸਾਰਾ ਕੁਝ ਲੱਖ ਦਰਿਆਓ। ਇਸਲਾਮ ਕਹਿੰਦਾ ਕੁਨ ਤੇ ਫੀਏ ਕੁਨ, ਉਹਨੇ ਕਿਹਾ ਹੋ ਜਾ, ਹੁਕਮ ਵਰਤਿਆ ਹੋ ਗਿਆ। ਕ੍ਰਿਸਚੈਨਿਟੀ ਕਹਿੰਦੀ ਹੈ ਬੀ ਆਰਡਰ, ਉਹਦੇ ਹੁਕਮ ਦੇ ਨਾਲ। ਸੋ ਇਹ ਜੇ ਸਾਰਾ ਕੁਝ ਹੁਕਮੀ ਹੋਵਣ, ਆਕਾਰ ਹੁਕਮ ਨਾ ਕਹਿਆ ਜਾਏ। ਸਾਰੀ ਖੇਡ ਸ਼ਬਦ ਦੀ ਹੈ, ਤੇ ਸਾਰੀ ਸ੍ਰਿਸ਼ਟੀ ਕਾਇਨਾਤ ਦਾ ਮੂਲ ਕੀ ਹੈ? ਸ਼ਬਦ। ਜਿਵੇਂ ਰੁੱਖ ਮੂਲ ਨਾਲ ਜੁੜਦਾ, ਮੌਲਦਾ, ਖਿੜਦਾ, ਸੋਹਣਾ ਲੱਗਦਾ, ਸੁਖਦਾਈ ਹੈ, ਆਪਣਾ ਆਪ ਵੀ ਸੁੰਦਰ ਹੈ, ਦੂਜਿਆਂ ਨੂੰ ਵੀ ਸੁੱਖ ਵੰਡਦਾ, ਇਸੇ ਤਰ੍ਹਾਂ ਮਨੁੱਖ ਮੂਲ ਨਾਲ ਜੁੜਦਾ, ਆਪ ਵੀ ਖਿੜਿਆ, ਦੂਜਿਆਂ ਨੂੰ ਵੀ ਖੁਸ਼ੀਆਂ ਵੰਡਦਾ। ਰੁੱਖ ਨੂੰ ਆਪਣੇ ਮੂਲ ਦੇ ਵਿੱਚੋਂ ਹਰਿਆਵਲ ਮਿਲਦੀ ਹੈ, ਖੁਸ਼ਬੂ ਮਿਲਦੀ ਹੈ, ਮਿਠਾਸ ਮਿਲਦੀ। ਮਿੱਟੀ 'ਚੋਂ ਹੀ ਮਿਠਾਸ ਮਿਲੀ ਫਲ ਨੂੰ, ਮਿੱਟੀ 'ਚੋਂ ਹੀ ਹਰਿਆਵਲ ਮਿਲੀ, ਮਿੱਟੀ 'ਚੋਂ ਹੀ ਉਹਦੀ ਪਰਵਰਿਸ਼ ਹੋਈ। ਇਸੇ ਤਰ੍ਹਾਂ ਸਾਧ ਸੰਗਤ ਜੀ ਸਾਨੂੰ ਵੀ ਆਪਣੇ ਮੂਲ 'ਚੋਂ ਗੁਣ ਮਿਲਦੇ ਆ। ਜਿਉਂ-ਜਿਉਂ ਅਸੀਂ ਸ਼ਬਦ ਨਾਲ ਗਹਿਰੇ ਜੁੜਦੇ ਹਾਂ, ਤਿਉਂ-ਤਿਉਂ ਸਾਡੇ ਅੰਦਰ ਗਹਿਰੇ ਗੁਣ ਆਉਂਦੇ ਆ। ਸਾਧ ਸੰਗਤ ਕਈ ਵਾਰੀ ਨਾ ਅਸੀਂ ਰੱਬ ਨੂੰ, ਧਰਮ ਨੂੰ ਆਪਣੀ ਮਾਨਸਿਕਤਾ ਦੇ ਅਨੁਸਾਰ ਬਿਜ਼ਨਸ ਲਈ, ਧੰਦੇ ਲਈ ਵਰਤਦੇ ਹਾਂ, ਕਿ ਜਿਵੇਂ ਦੁਕਾਨ 'ਤੇ ਕੁਝ ਦਈਏ ਤੇ ਵਸਤੂ ਪ੍ਰਾਪਤ ਕਰੀਏ। ਇਸੇ ਤਰ੍ਹਾਂ ਅਸੀਂ ਸਿਰਫ ਵਸਤੂ ਪ੍ਰਾਪਤ ਕਰਨ ਦਾ ਸਾਧਨ ਬਣਾ ਲੈਂਦੇ, ਕਿਉਂਕਿ ਸਾਡੀ ਬਿਰਤੀ ਕੇਵਲ ਵਸਤੂਆਂ ਤੱਕ ਹੈ। ਜਿਹੜੀ ਘਾੜਤ ਸਤਿਗੁਰੂ ਜੀ ਨੇ ਘੜੀ ਹੈ ਨਾ, ਮਹਾਰਾਜ ਜੀ ਨੇ ਇੱਕ ਬਚਨ ਕਿਹਾ ਬੜਾ ਪਿਆਰਾ। ਸਤਿਗੁਰੂ ਜੀ ਕਹਿੰਦੇ ਵੀ ਕਰੋੜਾਂ ਵਿੱਚੋਂ ਕੋਈ ਇੱਕ ਹੁੰਦਾ ਜਿਹੜਾ ਆਪਾਂ ਅਰਪਣ ਕਰਕੇ ਜੁੜਦਾ ਹੈ। ਨਹੀਂ ਤੇ ਬਹੁਤੇ ਤੇ ਮੱਥਾ ਟੇਕ ਕੇ ਵੀ ਬਿਜ਼ਨਸ ਕਰਦੇ ਆ, ਅਖੰਡ ਪਾਠ ਕਰਵਾ ਕੇ ਵੀ ਧੰਦਾ ਕਰਦੇ ਆ, ਵੀ ਕੀ ਮਿਲੇਗਾ, ਕੀ ਪਦਾਰਥ ਦੇਵੇਗਾ। ਬਾਣੀ ਦੀ ਪੰਕਤੀ ਸਤਿਗੁਰੂ ਜੀ ਨੇ ਵਰਤੀ, ਕੋਟ ਮਦੇ ਕੋ ਵਿਰਲਾ ਸੇਵਕ। ਮਦੇ ਮਤਲਬ ਵਿੱਚੋਂ, ਕਰੋੜਾਂ ਦੇ ਵਿੱਚੋਂ ਜਿਹੜਾ ਕੋਈ ਸੇਵ ਕੀਤੀ, ਸੰਤੋਖੀ, ਜਿਹੜਾ ਸੇਵਕ ਹੈ ਨਾ, ਸੰਤੋਖ ਵਾਲਾ, ਸਬਰ ਵਾਲਾ, ਰਜ਼ਾ ਵਾਲਾ, ਉਹ ਕਰੋੜਾਂ 'ਚੋਂ ਇੱਕ ਹੈ। ਤੇ ਬਾਕੀ ਜਿਹੜੀ ਭੀੜ ਹੈ ਧਰਮ ਸਥਾਨਾਂ 'ਤੇ, ਭਾਵੇਂ ਉਹ ਹਰੀ ਹਰੀ ਕਹਿਣ ਵਾਲਿਆਂ ਦੀ ਹੈ, ਭਾਵੇਂ ਉਹ ਮੌਲਾ ਮੌਲਾ ਕਹਿਣ ਵਾਲਿਆਂ ਦੀ ਹੈ, ਭਾਵੇਂ ਉਹ ਵਾਹਿਗੁਰੂ ਵਾਹਿਗੁਰੂ ਕਹਿਣ ਵਾਲਿਆਂ ਦੀ ਹੈ, ਬਾਕੀ ਭੀੜ ਕੀ ਹੈ? ਬਿਜ਼ਨਸ। ਗੁਰੂ ਸਾਹਿਬ ਕਹਿੰਦੇ ਆ, ਮੈਂ ਨਹੀਂ ਕਹਿ ਰਿਹਾ। ਕੋਟ ਮਦੇ ਕੋ ਬਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਵਿਹਾਰ ਕਰਨਾ, ਵਿਹਾਰ ਕੀ ਹੈ? ਇਹ ਤੈਨੂੰ ਦਿਆਂਗਾ, ਇਹ ਤੂੰ ਮੈਨੂੰ ਦੇ। ਵਸਤੂ ਨਜ਼ਰ ਆਉਂਦੀ ਹੈ ਸਾਡੀ ਸੰਸਾਰੀ ਦ੍ਰਿਸ਼ਟੀ ਨੂੰ, ਗੁਣ ਨਜ਼ਰ ਨਹੀਂ ਆਉਂਦੇ। ਪਰ ਅਸਲ 'ਚ ਤੱਤ ਕੀ ਹੈ? ਪਰਮੇਸ਼ਰ ਨਾਲ ਜੁੜਨ ਦਾ, ਮੂਲ ਨਾਲ ਜੁੜਨ ਦਾ, ਸ਼ਬਦ ਨਾਲ ਜੁੜਨ ਦਾ, ਗੁਰ ਪਰਮੇਸ਼ਰ ਨਾ ਹੀ ਭੇਦ, ਗੁਰ ਪਰਮੇਸ਼ਰ ਨਾਲ ਜੁੜਨ ਦਾ ਗੁਣ ਮਿਲਦੇ ਹੈ। ਐਸੋ ਗੁਣ ਕਿਸ ਤਰ੍ਹਾਂ ਦੇ ਗੁਣ ਜੀ? ਉਹ ਗੁਣ ਜਿਉਂ-ਜਿਉਂ ਅੰਦਰ ਵਰਤਦੇ ਆ, ਤਿਉਂ-ਤਿਉਂ ਔਗੁਣਾਂ ਦਾ ਨਾਸ਼ ਹੁੰਦਾ ਹੈ। ਤੇ ਜਿਸ ਦਿਨ ਸਿਰਫ ਗੁਣ ਰਹਿ ਜਾਂਦੇ ਆ, ਉਸ ਦਿਨ ਬੰਦੇ ਤੋਂ ਰੱਬ ਬਣ ਜਾਂਦਾ ਹੈ। ਜਿਸ ਦਿਨ ਸਿਰਫ ਗੁਣ ਰਹਿ ਜਾਂਦੇ ਆ। ਆਪਾਂ ਬੜੀ ਵਾਰੀ ਇਹ ਪੰਕਤੀ ਸਾਂਝੀ ਕਰਦੇ ਹਾਂ ਭਾਈ ਸਾਹਿਬ ਜੀ ਦੀ, ਵੀ ਗੁਰੂ ਨਾਨਕ ਨੇ ਹਾਟੀ ਇਸ ਲਈ ਖੋਲ੍ਹੀ ਹੈ। ਇਹ ਜਿਹੜਾ ਗੁਰੂ ਨਾਨਕ ਦਾ ਦਰ ਹੈ ਨਾ, ਇੱਥੇ ਸੌਦਾ ਹੀ ਹੈਗੀ ਹੈ ਵੀ ਔਗਣ ਲੈ, ਗੁਣ ਵਿਕਣਾ। ਔਗਣ ਛਡਾਉਣੇ ਆ ਤੇ ਗੁਣ ਦੇ ਦੇਣੇ ਆ ਜੀ। ਗੁਣ ਤੁਹਾਡੀ ਝੋਲੀ 'ਚ ਪਾ ਦੇਣੇ।
जे इस हट ते आउंदिਆਂ ਨੂੰ 30 40 50 साल हो गए आ तो फिर ये ना वेखीए कि कोठी किड्डी क पई है, ये ना वेखीए कि संपत्ति किन्नी क, असीं कहने बड़ी किरपा है। ठीक है जी, सारिਆਂ ते होवे, ये कोई वड्डी गल नहीं है। दाता बरकतां दे रहा, वाहिगुरू करे सब नूं ये पदार्थ मिलन, पर यह कोठी इत्थों तक ही है, ये संपत्ति इत्थों तक ही है। गुणा रूपी संस्कार जन्मां तक तुहाडे नाल सदैव तुहाडे नाल भरपूर, ते जिद्दन पूर्ण तौर ते भर दिता उदन गुणी निधान च समा गए। इसलिए महत्व बहुता वड्डा महत्व किहदा? गुणां दा। बाणी दा एक एक अखर गुण नाल सरशार है, भरिया होया। ते जे असीं एक एक अखर नूं अपने हृदय च समावांगे, साडे अंदर गुण वरतदे जाणगे, अंदर दे अवगुण मिटदे जाणगे। सच सबना होए दारू, पाप कड्डै धोए। अंदरों गंदगी कढ़ दित्ती, चंगियाइयां अंदर आउंदियां गईयां। सौदा एक हट सच शाह सतगुर पूरा, अवगण लै गुण विकना बचना दा सूरा। फिर वो टल, ये नहीं कि बचन कच्चे है, पक्के अटल बचन ने जी। गुरु बचना दा सूरमा है। तेरे अवगण छडाएगा तू जुड़ना ते सिख, विहार ना करी, बिजनेस ना करी। सतगुर गुणी निधान है, गुण कर बख्शे अवगुण आरे। ऐसो गुण मेरो प्रभ जी कीन, पंच दोख अर आहंग रोग। ऐसा डॉक्टर है जड़ा अंदरों बीमारी कढ़ के तंदुरुस्ती पा दिंदा है। शरीर की गल नहीं चल रही, सानू मन करके चंबड़े हुए रोग जड़े सानू बेचैन करते हैं। हंकार बेचैन कर दिंदा है, क्रोध भांबड़ मचा दिंदा है, ईरखा बखीली निंदिया साडी जुबान नूं गंदलियां करके रख दिंदी है। वासना काम साडी अखां नूं साडी सुरत नूं मलीन कर दिंदा, कदी टिकाओ अंदर नहीं आउंदा। ज्यों ज्यों विकार अंदर आउंदे आ, ते गुरु ऐसा वैद है, ऐसा डॉक्टर है कि ये पंजे दोख जिहड़े ने ना, पंच दोख और आहंग रोग, ये रोग निवृत्त करदा जी, अंदरों निवारदा है। सतगुर गुणी निधान है, गुण कर बख्शे अवगण आरे। सतगुर पूरा वैद है, पंजे रोग असाध। ये असाध रोग है, इसदा इलाज किते नहीं है। ते असाध रोगां नूं दूर करने वाला हंकार पता नहीं किन्ने जन्मां दा, विकार पता नहीं किन्ने जन्मां दे। असाध रोग जिहड़ा दा इलाज ही कोई नहीं सी, ला इलाज सी, ते उन्हें नवां नरोआ कर दिता जी। सुख सागर गुरदिओ है, सुख दे मेल लए दुखियारे। बड़े बड़े दुखियारे आए जी, बड़े बड़े कराउंदे चीकदे आए, पुकारदे आए, ते सुखां दे समुंदर ने की कीता जी, उन्हां प्यासियां दे मूँह विच पानी पाया ते दुख दूर कीते ते सुख बख्श दिते। सुख सागर गुरदिओ है, देण वाला दाता गुरु। पर जिन्हां वास्ते पत्थर दाता है, जिन्हां वास्ते मड़ी दाता है, जिन्हां वास्ते थड़ी दाता है, वो इस असाध रोग निवारण वाले कोल आ ही नहीं रहा जी, उन्होंने प्रतीत ही नहीं आ रही। सागर छड्ड के छपड़ियां ते भटक रहा। छपड़ियां एक खड़ोत विच ने, एक दायरे विच ने। कल एक बंदा मेरे को आया, वीर भज्जा भज्जा भी अपने कोल एक बाबा जी चढ़ाई करके, तुसी जाना? मैं कहा क्यों? भी मैनू 16 साल हो गए, मैं तो बाबे नूं फतेहगढ़ साहब आया नहीं वेख्या, ते जिहदा फतेहगढ़ साहब कुछ नहीं लगता, वो मेरा की लगता। असीं छपड़ियां कोल जा रहे हैं साध संगत, ते छपड़ियां विचों मोती नहीं मिलते हुंदे। की छपड़ी च चिक्कड़ खड़ोत आई हुंदी है ना जी, एक वलगन हुंदी है, एक दायरा हुंदा छोटा,
ਸਾਗਰ ਅਸੀਮ ਹੈ। ਛੱਪੜੀ ਦਾ ਇੱਕ ਦਾਇਰਾ ਛੋਟਾ, ਉਹਦੇ 'ਚ ਬੱਜੀ ਆਪਣੀ ਆਪਣੀ ਵਲਗਣ ਕੱਢ ਕੇ। ਪੰਥ ਜਿਹੜਾ ਹੈ ਨਾ, ਇਹ ਸਾਗਰ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਇੱਕ ਸਾਗਰ ਹੈ, ਤੇ ਸਾਗਰ ਨਾਲੋਂ ਟੁੱਟ ਕੇ ਵੱਖਰੀ ਵਲਗਣ ਜਿਹੜੀ ਬਣਾ ਕੇ ਬੈਠੇ ਆ, ਉਹ ਛੱਪੜੀ ਹੈ। ਤੇ ਛੱਪੜੀ ਦੇ ਵਿੱਚੋਂ ਚਿੱਕੜ ਤੋਂ ਬਿਨਾਂ ਕੱਖ ਨਹੀਂ ਮਿਲਣਾ। ਕਿਆ ਬੱਗ ਬੱਪੜਾ ਛੱਪੜੀ ਨਾਏ, ਕੀਚੜ ਡੁੱਬੈ ਮੈਲ ਨਾ ਜਾਏ। ਸੁਖ ਸਾਗਰ ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਇੱਕ ਉਦਾਹਰਨ ਦਿੰਦੇ ਨੇ ਭਾਈ ਸਾਹਿਬ ਜੀ, ਜੈਸੇ ਹੰਸ ਮਾਨ ਸਰ ਤਜ ਆਨ ਸਰ ਜਾਤ, ਖਾਤ ਨਾ ਮੁਕਤਾ ਫਲ ਭੁਗਤ ਜੋ ਗਾਤ ਕੀ। ਤੇ ਜੇ ਹੰਸ ਮਾਨ ਸਰੋਵਰ ਛੱਡ ਕੇ ਭਟਕਦਾ ਫਿਰੇ ਛੱਪੜੀਆਂ, ਤੇ ਮੋਤੀ ਮਿਲ ਜਾਣਗੇ, ਚਿੱਕੜ ਮਿਲੇਗਾ। ਗੁਣੀ ਨਿਧਾਨ, ਗੁਣਾਂ ਦਾ ਸਮੁੰਦਰ ਸਤਿਗੁਰੂ। ਸਤਿਗੁਰ ਗੁਣੀ ਨਿਧਾਨ ਹੈ, ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਗਨ। ਤੇ ਜਿੱਥੋਂ ਸਾਨੂੰ ਵਡਿਆਈਆਂ ਮਿਲ ਰਹੀਆਂ ਭਾਈ, ਜਿੱਥੋਂ ਸਾਨੂੰ ਉੱਤਮ ਗੁਣ ਮਿਲ ਰਹੇ ਆ, ਇੱਥੋਂ ਪਿਆਰ ਸਿੱਖ ਰਹੇ ਹਾਂ, ਇੱਥੋਂ ਵਿਸ਼ਾਲਤਾ ਸਿੱਖ ਰਹੇ ਹਾਂ ਕਿ ਸਾਰੀ ਮਨੁੱਖਤਾ ਵਿੱਚ ਰੱਬ ਹੈ। ਵਲਗਣਾ ਟੁੱਟ ਰਹੀਆਂ ਇੱਥੇ ਆ ਕੇ, ਇਨਸਾਨੀਅਤ ਸਿੱਖ ਰਹੇ ਹਾਂ ਇੱਥੇ ਆ ਕੇ। ਸਾਡੇ ਅੰਦਰੋਂ ਕੜੱਤਣ ਜ਼ਹਿਰ ਖਤਮ ਕਰਦੇ ਨੇ ਸਤਿਗੁਰ ਜੀ, ਗੁਣ ਹੀ ਦਿੱਤੇ ਨਾ ਜੀ। ਜਿਹੜੇ ਇਸ ਲੜਾਈ 'ਚ ਪਏ ਸੀ, ਦੱਖਣ ਦੇ ਹਰੀ ਕਾ ਵਾਸਾ ਪੱਛਮ ਅੱਲਾ ਮੁਕਾਮੋ, ਤੇ ਗੁਣ ਦੇਣ ਵਾਲੇ ਨੇ ਕਿਹਾ ਨਹੀਂ ਭੋਲਿਓ, ਆਪਣੀ ਵਲਗਣ 'ਚੋਂ ਬਾਹਰ ਆਓ, ਵੇਖੋ ਗਗਨ ਕਿੱਡਾ ਵੱਡਾ ਹੈ, ਗਗਨ ਮੈਂ ਥਾਲ ਰਵਚਨ। ਗੁਣ ਦਿੱਤਾ ਨਾ ਜੀ। ਇੱਕ ਦਾਇਰਾ ਜਿਹੜਾ ਸੀ, ਇੱਕ ਸੀਮਾ ਜਿਹੜੀ ਸੀ, ਉਹ ਔਗਣ ਸੀ। ਤੇ ਜਦੋਂ ਇਸ ਵਲਗਣ 'ਚੋਂ ਬਾਹਰ ਕੱਢ ਕੇ ਸੋਚ ਵੱਡੀ ਕੀਤੀ, ਐਸੋ ਗੁਣ ਮੇਰੇ ਪ੍ਰਭ ਜੀ ਕੀ। ਸੁਖ ਸਾਗਰ ਗੁਰ ਦਿਓ ਹੈ, ਇੱਕ ਤੇ ਦਾਤਾ ਹੈ ਤੇ ਇੱਕ ਸਮੁੰਦਰ ਹੈ ਨਾ ਮੁੱਕਣ ਵਾਲਾ। ਸੁਖ ਦੇ ਮੇਲ ਲੈ ਦੁਖਿਆਰੇ, ਗੁਰ ਪੂਰਾ ਨਿਰਵੈਰ ਹੈ। ਕਮਾਲ, ਆਹ ਗੁਣ ਵੇਖਿਓ ਜੀ, ਕਮਾਲ ਦਾ ਜੀ। ਜਿਹੜੇ ਗੁਰੂ ਨਾਲ ਜੁੜਨਗੇ ਉਹ ਵੀ ਨਿਰਵੈਰ ਹੋ ਜਾਣਗੇ। ਤੇ ਏਡਾ ਨਿਰਵੈਰ ਹੈ ਕਿ ਨਿੰਦਕ ਦੋਖੀ ਬੇਮੁਖ ਤਾਰੇ। ਜਿਹੜੇ ਬੁਰਾ ਚਿਤਵਨ ਵਾਲੇ ਸੀ ਨਾ ਜੀ, ਜਿਹੜੇ ਵੈਰ ਰੱਖਣ ਵਾਲੇ ਸੀ, ਇਹ ਸੱਚੇ ਪਾਤਸ਼ਾਹ ਮਲਮ ਤੇ ਪੱਟੀ ਦਿੰਦੇ, ਪਾਣੀ ਦੀ ਮਸ਼ਕ ਚ ਕਾਉਂਦੇ ਕਿ ਜਾਓ ਭਾਈ ਕਨ੍ਹਈਆ ਜੀ, ਉਹਨਾਂ ਦੇ ਵੀ ਮਰਮ ਪੱਟੀ ਕਰੋ, ਉਹਨਾਂ ਦੇ ਵੀ ਮੂੰਹ 'ਚ ਪਾਣੀ ਪਾਓ। ਸਭ ਤੋਂ ਵੱਡਾ ਨੁਕਸਾਨ ਕਰਨ ਵਾਸਤੇ ਇੱਕ ਬੰਦਾ ਆਇਆ। ਉਹਨਾਂ ਨੁਕਸਾਨ ਲੱਖਾਂ ਫੌਜਾਂ ਨਹੀਂ ਸੀ ਕਰ ਸਕਦੀਆਂ ਜਿੰਨਾ ਇਹ ਮਨੁੱਖ ਕਰ ਸਕਦਾ ਸੀ। ਹਸਨ ਖਾਂ, ਇਤਿਹਾਸ ਦੇ ਸਰੋਤਿਆਂ ਨੂੰ ਯਾਦ ਹੈ, ਕਾਬਲ ਤੋਂ ਜਦੋਂ ਲੱਲਾ ਬੇਗ ਚੜ੍ਹ ਕੇ ਆਇਆ, ਤੇ ਹਸਨ ਖਾਂ ਏਡਾ ਖਤਰਨਾਕ ਦੁਸ਼ਮਣ ਕਿਉਂ ਸੀ? ਕਿਉਂਕਿ ਉਹ ਸੂਈਆ ਬਣ ਕੇ ਆਇਆ ਸੀ। ਜੇ ਸੂਈਏ ਨੇ ਪਾਸਾ ਪਲਟ ਦੇਣਾ ਹੁੰਦਾ, ਅੰਦਰ ਦੇ ਭੇਦ ਕੱਢ ਕੇ ਜੰਗ ਬਦਲ ਸਾਰੀ ਜਿਹੜੀ ਆ ਉਹ ਇੱਕਦਮ ਪਾਸਾ ਪਲਟ ਸਕਦਾ। ਪਰ ਸਾਹਿਬ ਦੇ ਸਨਮੁਖ ਜਦੋਂ ਹਸਨ ਖਾਂ ਨੂੰ ਲਿਆਏ ਨਾ ਭਾਈ ਬਿਧੀ ਚੰਦ ਜੀ ਹੋਰੀ, ਵਾਹ ਮੇਰੇ ਦਾਤਾ, ਗੁਣੀ ਨਿਧਾਨ ਨੇ ਕੀ ਕੀਤਾ? ਕਹਿੰਦੇ ਹਸਨ ਖਾਂ, ਕਹਿੰਦਾ ਮੈਨੂੰ ਮਾਰਿਓ ਨਾ। ਸਤਿਗੁਰੂ ਜੀ ਕਹਿੰਦੇ ਇੱਕ ਚੀਜ਼ ਛਡਾ ਸਕਦੀ ਹੈ ਤੈਨੂੰ, ਸੱਚ। ਤੇ ਕੱਲਾ ਛਡਾਏਗੀ ਨਹੀਂ, ਸੱਚ ਤੇ ਪਹਿਰਾ ਦਵੀਂ, ਸੱਚ ਬੋਲੀ, ਤੈਨੂੰ ਵਡਿਆਈਆਂ ਮਿਲਣਗੀਆਂ। ਹਸਨ ਖਾਂ ਕਹਿੰਦਾ ਫਿਰ ਸੱਚ ਇਹ ਹੈ ਕਿ ਮੈਂ ਤੁਹਾਡਾ ਨੁਕਸਾਨ ਕਰਨ ਆਇਆ, ਮੈਂ ਤੁਹਾਡਾ ਦੁਸ਼ਮਣ ਹਾਂ, ਮੈਂ ਭੇਸ ਬਦਲ ਕੇ ਆਇਆ, ਮੈਂ ਤੁਹਾਡਾ ਵੈਰੀ ਹਾਂ, ਮੈਂ ਤੁਹਾਨੂੰ ਸ਼ਿਕਸਤ ਦੇਣ, ਹਾਰ ਦੇਣ ਵਾਸਤੇ ਆਇਆ, ਮੈਂ ਸੂਈਆ ਹਾਂ। ਮਹਾਰਾਜ ਕਹਿੰਦੇ ਛੱਡ ਦਿਓ। ਕਹਿੰਦੇ ਭੇਦ ਦੇਗਾ? ਕਹਿੰਦੇ ਸੱਚ ਬੋਲਿਆ। ਹੁਣ ਸੱਚ ਤੇ ਪਹਿਰਾ ਦੇਣ ਦੇ ਬਦਲੇ ਸਾਖੀ ਤੁਸੀਂ ਸੁਣੀ, ਮੈਂ ਬਹੁਤਾ ਵਿਸਥਾਰ ਨਹੀਂ ਕਰਨਾ। ਲੱਲਾ ਬੇਗ ਮਰ ਗਿਆ ਤੇ ਹਸਨ ਖਾਂ ਹੀ ਬਚਿਆ, ਕਾਬਲ ਦਾ ਸੂਬਾ ਬਣਿਆ, ਫਿਰ ਜਾ ਕੇ ਗਵਰਨਰ ਬਣਿਆ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਔਗਣਿਆਰੇ। ਔਰ ਵੱਡੀ ਕਮਾਲ ਦੀ ਗੱਲ ਇਹ ਕਿ ਜਿਹੜੇ ਬੁਰਾ ਚਿਤਵਣ ਵਾਸਤੇ ਆਉਂਦੇ ਆ, ਉਹਨਾਂ ਨੂੰ ਵੀ ਚੰਗਿਆਈ ਦੇ ਦਿੰਦਾ, ਉਹਨਾਂ ਦਾ ਵੀ ਭਲਾ ਕਰ ਦਿੰਦਾ ਜੀ, ਬੁਰਿਆਂ ਦਾ ਵੀ ਭਲਾ। ਆਹੀ ਤੇ ਗੁਣ ਦੇ ਰਿਹਾ ਮਹਾਰਾਜ ਜਦੋਂ ਸਾਨੂੰ ਬੋਲ ਕੇ ਕਹਿੰਦੇ ਫਰੀਦਾ ਬੁਰੇ ਦਾ ਗੁਰ ਪੂਰਾ ਨਿਰਵੈਰ ਹੈ, ਨਿੰਦਕ ਦੋਖੀ ਬੇਮੁਖ ਤਾਰੇ। ਗੁਰ ਪੂਰਾ ਨਿਰਭਉ ਸਦਾ, ਜਨਮ ਮਰਨ ਜਮ ਡਰੈ ਨਿਵਾਰੇ। ਜਦੋਂ ਇਹਦੇ ਕੋਲ ਆਵਾਂਗੇ ਨਾ ਜੀ, ਤੇ ਇਹਨੇ ਅੰਦਰ ਦਾ ਖੌਫ ਨੇ, ਕਿਹੜਾ ਜਨਮ ਤੇ ਕਿਹੜਾ ਮਰਨ, ਕਿਹੜੇ ਜਮ,
तेरे सेवक को गुरपूरा निरभाओ सदा, जन्म मरण जम डरै निवारे। गुरपूरा सुजान है, सुजान सुगुड़ सुजान, वड्डे अजान मुगध निस्तारे। मूर्खां नूं भी खल मूर्ख ते पंडित कर। पिंगल पर्बत पार परे खाल, जिन्हों छज्जू नूं लैके आए तो कहते एक कमला बावर है। खाल चतुर्भ कीता, मैल खोई कोट अग हरे, निर्मल भय चीता। इदां गंदगी लथदी जाती जी, ਜਿਹੜਾ पवित्र हुंदा जांदा ते बावरियां नूं, कमलियां नूं, बेसमझां नूं, अजाणां नूं सजान बना दिंदे। गुरपूरा सुजान है, वड्डे अजान मुगध निस्तारे। सतगुर आगू जानिए, बाह पकड़ अंधले निस्तारे। हम अंधले अंध बिख्या बिखराते, क्यों चालै गुर चाली। दया करे सुख दाता, सतगुर दया करे सुख दाता। दया दया करे सुख दाता, सतगुर दया करे सुख दाता। दया हम लावै आपन पाली, सतगुर दया करे सुख दाता। हम लावै आपन पाली, सतगुर दया करे सुख दाता। हम सतगुर आगू जानिए, जिहदा पल्ला फड़ के तरांगे साध संगत। बाहां पकड़ अंधले उधारे, अन्नियां नूं भी पार ला दिता जी। मान निमाणी सदा बलहारे, तेरे तो कुर्बान जाइए पातशाह, जिहड़ा गुणी निधान है, जिहड़ा निर्वैर है, जिहड़ा निरभाओ है, जिहड़ा सुजान है, ते मूर्खां नूं भी सियाणे कर दिंदा जी। निंदक दोखियां बेमुखां नूं भी तार दिंदा, जिहड़े बुरा चितवण वास्ते आए सी उन्हां दा भी भला कर दिंदा। ऐसो गुण मेरो, आओ जुड़ीए साध संगत अपने मूल नाल। असी गुर शब्द नूं ना बड़े कर्मकांड, जिवें माफ़ी मंग के कहंदा, जिवें विपरवादी सोच वाले चिन्हां नूं पूजदे सी ना, खिमा करिओ, इदां दी बिरती असीं बना ली। और इनू एक सिੱਖੀ समझ लिया, ये झगड़ा, ये जोर, मैं वड्डा सिख, मैनू बहुत वड्डा आदर करना हुंदा। सब तो वड्डा निरादर है जदों असीं गुरु दा बचन नहीं मनते, तो भावें फिर गुरु नूं जिन्ना मर्जी उच्चा चुक के बिठा दईए, बचन प्यो दा कोई मन्नीए ना, पानी दा घुट कहण ते ना फड़ाइए, तो उच्चे पलंगे दा की मुल पेगा। अर्थ ये नहीं है कि गुरु नीवा करना, असीं अर्थ यह है कि बचन मनना है। ते अपनी अपनी जिद, ये मेरी परंपरा है, मेरी रवायत है, ये इन्ने 100 साल दी है, इस जिद विच असीं पए होए हां। गुरु की बोल रहा, कदे उहनूं भी सुणन दा यतन करिए। गुरु की दे रहा गुण, ते साडे च ते क्रोध वाला नहीं अवगुण मुक्या, साडे च ते नफरत वाला अवगुण नहीं मुक्या, साडे विच ते वैर वाला अवगुण नहीं मुक्या, साडे च ते निंदिया वाला अवगुण नहीं मुक्या। घृणा ईरखा बखीली सारा कुछ अंदर ही पिया होया है। फिर 40-50 साल तो गुरु कोल की करना आ रहा सी, किस चीज़ का गाहक बन के आ रहा सी, की ग्रहण करने वास्ते आ रहा सी जी। सो पूरे वैद सतगुरु जी की शरण च आके असाध रोगों तो मुक्त होइए साध संगत। शब्द के आरंभ च बख्शिश हुई, 2 पदियां का शब्द है। दातार पातशाह जी ने कृपा की कि वाहिगुरु एक ही है, अकाल पुरख मालिक 100 खसम एक ही है, जिन्ने मर्जी दुनिया ना रख ले।
वो एक ही है साध संगत। आप बख्शिश गुरु दे रहा है, जे प्राप्त कर लवांगे तो सब जगह रमिया अनुभव होएगा, देखांगे, नहीं तो सिर्फ सुन के कह के चले जावांगे। कहत सुनत सभै सुख पावै, ठीक है जी, मिलिया सुख मिलिया, कहंदियां कहंदियां सुख, सुनदियां सुनदियां कई तरह के सुख मिले, दुनियावी भी मिले, पर जे किते मनन लग पे तो फिर समुंदर दे मालक मानत पाए निदाना, फिर तो सारा समुंदर ही हवाले करता ना उन्हें जी। ऐसो गुण मेरो प्रभ जी की। सो गुर प्रसाद वरत रहा, असीं पात्र बन जाइए बस, औखा कुछ भी नहीं है साध संगत जी। सिक्खी औखी नहीं है गुरमुखो, सिक्खी है सिर्फ अपने आप को शंगारना, तो चमड़ी भी तो शंगारते हैं घंटियां बद्धी शीशे अगे खड़ के। चमड़ी नूं शंगारन वास्ते दुनिया च करोड़ां रुपया सब तो वध खर्चा जड़ा है ये चीज़ां ते हो रहा, जड़े चमड़ी शंगारदे आ। किते मन नूं भी शंगार लीए, गुरु शीशे अगे बैठ के, शब्द शीशे अगे बैठ के, इस दर्पण नूं वेख के इनू भी शंगार लीए, औगण कढ़ के, जिवें चमड़ी दे दाग ला के असीं साफ करना चाहते हैं, इहदे औगण कढ़ के इनू उजलिया कर लीए जी। चमड़ी की कालख नूं ते बंदा कहंदा भी नहीं ये सोहना नहीं लगता, पर मन की कालख, सब्बा कालख दागा दाग वो किन्ने क लगे है। उजले करन वाला सतगुरु है, बुराइयां कढ़न वाला सतगुरु है, औगण कढ़न वाला सतगुरु है। जिन्नी देर इत्थे नहीं जुड़ते साध संगत मन करके, जीवन अकारथ ही है सारा, जिवें आए सी उदां ही चले गए। जिहड़ा भार चुक के आए सी, सगों जिहड़ी पूंजी मिली सी सवारन वास्ते उहनूं वेस्ट गवा दिता। पहलां ही करजई सी, उन्हें मौका दे दिता, ये तेरी बरीआ वारी दे दी, ते नाल क्या चुक इन्ने साह चुक, 40 साल 50 साल 60 साल 70 साल, ये तो रोई गया भी थोड़े मिले ने, पर यह नहीं सोचा भी जिन्ने मिले ने उन्हें सफल कर ला। 80-90 वरे प्राप्त करके भी फिर रोंदा जा रहा थोड़े मिले ने। ये क्यों नहीं सोचा भी मैंने जिन्ने मिले ने सफल कर लवां। गुरु नाल जुड़, यात्रा सफल हो जाएगी। सो ये बड़े स्पष्ट बचन ने, बड़े ही सरल बचन ने साध संगत। ऐसो गुण, पहली पंक्ति रहाओ दी पंक्ति है, 2 पदियां का शब्द है। गुण शब्द आएगा तो एकदम क्यों नहीं सुरत सुचेत होएगी। गुण असी स्थूल चीज़ें ही समझ रहे सी सब कुछ है। गुण कोई मटीरियल नहीं है, कोई स्थूल चीज़ नहीं है जिन्हों असी फड़ लवांगे, खरीद लवांगे। गुण असल च सिੱਖੀ की है, गुण तो गुण धारण किया जाता है, खरीदिया नहीं जाता। इसलिए सिੱਖੀ धर्म वो है जिन्हों धारण करना है। धारण मतलब जिंदगी च अपनाना है, ग्रहण करना है, तो वो साडे अमलों विचों उजागर होना है। मत्थे टिक्का ते बाणा, भावें वो मेरे वर्गा होवे, भावें धोती वाला होवे, भावें कशहरे वाला होवे, ਇਹਦੇ ਨਾਲ ਧਰਮੀ नहीं बनता बंदा। सिर्फ यही पा लिया तो क्या धर्मी नहीं। कई बारी मत्थे टिक्का, तेड़ धोती, कखाई, हथ छुरी, कदी कई बारी ने ये जड़ा दिस रहा ये कसाई पुणे की निशानी भी होंदी है। उहदे अमल विचों प्रगट होना। तो अमल कौन सवारदा है जी? सतगुरु। चोर आए औगुण छुट गए, डाकू आए औगुण छुट गए, काम रूप दियां इस्त्रियां मिलियां औगुण छुट गए। जो जो मिलिया जी, कोई राज भाग च गलतान सी, कोई चोरी ठगी च गलतान सी, कोई जिंदगी के बद कर्मां विच गलतान सी। जिन्नू जिन्नू गुरु मिलिया, सतगुरु जी ने औगुणा की दलदल चों कढ़ के ना बाहां पकड़ गुर काढ़िया, सही उतरिया पार। ऐसो गुण मेरो प्रभ जी कीन। वेखो एक गल होर बड़ी कमाल दी है, औगण वेख के
मैं गुरु की हजूरी 'ਚ बेनती करदा, ठीक है तुहाडा तरस है कि तुसीं मैनू इज्जत दे रहे हो, तुहाडा तरस है, मेरी काबलीयत नहीं, पर जे किते 2-4 औगण उजागर हो जाण बर्दाश्त नहीं होने, बर्दाश्त नहीं होने। वाह मेरे मालका, वो औगण वेख के नफरत नहीं करता जी किसी नाल भी, औगण वेख के उन्होंने सवारन का यतन करता। उन्होंने औगणा का पता है, उन्हें फिर परदे ढके हुए है, बंदियां नूं अजे पता नहीं औगण का। जिदन पता लग गया उस दिन असीं कोठे ते चढ़ के रौला पाना, साडे कोल बड़े साधन ने हुण इलैक्ट्रॉनिक औगण उछालण वास्ते। तो जो वो औगण वेख लैंदा है तो वह औगण नूं दूर करन दा यतन करदा। असीं औगण वेख लैंदे हां ते असीं औगण नूं बदनाम करन दा यतन करदे। ये गुण है मेरे सतगुर जी दा, वो परदे ढकदा है। सतगुर ढाक लिया मैं पापी परदारा, ऐसो गुण मेरो प्रभ जी। किन्ने क दा जिक्र करांगे ना, जेवा एक कवन गुण कही है, वो गुणां दा उहदा पारावार नहीं, तो इदां ही वो दही जांदा अंदर, भरपूर कर दिंदा गुणां दा। ते जदों इन बिन अपने वर्गे हो गए अंदर गुण बाबा लैणा जी दे, ते फिर गुरु नानक साहब कहंदे लैणिया तू मेरे च समा गया ते मैं तेरे च समा गया। इसे तरह ये नहीं भी उत्थे बाबा जी लैणा जी दे स्टॉप लाता सी, साडे वास्ते भी उही राह है। जिदन इन बिन गुरु वर्गे हो गए गुण, खालस नरोल, भरम तो रहत, झूठ तो रहत, पाप तो रहत, ते उदन उन्हें क्या खालसा मेरे च समा गया, मैं खालसे च समा गया। उत्थे नहीं से फुल स्टॉप लग गया भी लैणा जी तो समा गए सी, बाकी अगे खत्म। अज भी उही शर्त है। जिदन खोट खत्म हो गई, दोवें धातां अलंकार मिल थैली हुई, फिर सब खोट मुक गई ते सोना तांते कनक। फिर उन्होंने की कहते की बखानते हैं, बखाना मतलब कहना की कहते तांते कनक। फिर कनक बखानते भी ये हुण वखरा वखरा नहीं, है सोना है, ऐसो गुण मेरो प्रभ जी की, ऐसी लाल तुझ बिन कौन करे। कौन कर सकता है जी सानू नीचां तो ऊंच, सानू औगण आ रहा तो गुणवंते कौन बना सकता है। गरीब निवाज गसाइया मेरा माथे छतर तरै, शहनशाह बना सरदारी दे दिंदा। ऐसो गुण जिन्होंने लोग कहते सी जिस पिए की ने जी, जां की वर्ण जात कुल नाही, सरदारी ना भई कदाही, तिन्ही को सरदार बनाऊं, तबै गोबिंद सिंह नाम कहाऊं। ऐसो गुण अपने वर्गे बनाने वास्ते खंडे की पहल बख्श रहा। पंच दोख अर अहंग रोग यह तन ते सगल दूर कीन, सगल टोटल बिल्कुल नरोल, जिन्हों खालस क्या सी वो खालस करके क्या, हाँ खालसे का खालसा मेरो ओत पोत, ओत पोत एक दूजे च। ਜਦੋਂ इन बिन वो सारे गुण अंदर आ जाते हैं ना, जिवें बाबा रविदास जी की गल करते हैं, भाई साहब ने लिखा सूत एक ज्यों ताना पेटा, ना रंग वखरा ना गुण वखरे, एक मेक हो गए। तो आ कपड़ा पिया इहदा ताना ते पेटा नहीं पछाणिया जाता, मतलब आडे रोग ते लम्मे रोग किहड़ा, एक मेक है ना जी। ऐसो गुण मेरो प्रभ जी कीन, इदां रब बनांदा वो बंदियां तो, इदा दुख दूर करदा अंदरों, पंजे रोग असाध निवारे, बंधन तोर शोर बिखिया ते जहर विचों कढ़दा, संगल कट दिंदा। ऐसो गुण मेरो प्रभ जी की। साडी बिरती जड़ी सी वो बड़ी अजीब सी, बिख्या बिख खाही अमृत छाड़ बिख्या बिखा। वाह मालिक जी तू इन्ना मेहरबान है, गलियां च रींगदे हुए कीड़ियां नूं चुक के गुणवान बना दिंदा है। हम कीरे किरम सतगुर शरनाई कर दया, ऐसो गुण मेरो प्रभ जी की। इदां सवारदा जी, इदां घटदा।
ਅਣਘੜਿਆਂ ਨੂੰ, ਬਦਸੂਰਤਾਂ ਨੂੰ ਇਦਾਂ ਸੋਹਣਾ ਜਿਹਾ ਸੁੰਦਰ ਪਿਆਰਾ ਜਿਹਾ ਜੀਵਨ, ਚਮੜੀ ਨਹੀਂ ਕੱਲੀ, ਇਦਾਂ ਜੀਵਨ ਨੂੰ ਸ਼ਿੰਗਾਰਦਾ ਮੇਰਾ ਸਤਿਗੁਰੂ ਜੀ। ਲੋਕਾਂ ਦੀਆਂ ਨਜ਼ਰਾਂ 'ਚ ਸਿਰ ਤੇ ਗਾਗਰ, 13 ਵਰ੍ਹੇ ਹੋ ਗਏ, ਲੋਕਾਂ ਦੀਆਂ ਨਜ਼ਰਾਂ 'ਚ ਸਿਰ ਤੇ ਚਿੱਕੜ ਭਰੀ ਪੰਡ, ਚੋਂਦਾ ਪਿਆ ਚਿੱਕੜ। ਕੱਪੜੇ ਲਿਬੜੇ ਹੋ ਸਕਦੇ ਆ, ਕੱਪੜੇ ਗਿੱਲੇ ਹੋ ਸਕਦੇ ਆ, ਕੱਪੜੇ ਮੈਲੇ ਹੋ ਸਕਦੇ ਆ, ਟੋਕਰੀ ਢੋਰੇ ਗੁਰੂ ਰਾਮਦਾਸ ਜੀ ਮਹਾਰਾਜ, ਸਿੱਖਾਂ ਦੇ ਚਰਨ ਘੁੱਟ ਰਹੇ ਗੁਰੂ ਅਰਜਨ ਸਾਹਿਬ ਜੀ। ਚੱਲ ਜਾਓ ਉੱਥੇ ਜਾ ਕੇ, ਬਿਮਾਰੀ ਪਈ ਹੈ, ਸੇਵਾ ਕਰੋ ਜਾ ਕੇ, ਕਹਿ ਦਿੱਤਾ ਗੁਰੂ ਰਾਮਦਾਸ ਜੀ ਨੇ। ਚਲ ਗਏ ਲਾਹੌਰ, ਚੇਚਕ ਦਾ ਰੋਗ ਫੈਲਿਆ, ਸੇਵਾ ਕਰ ਰਹੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ। ਪਤਾ ਨਹੀਂ ਕਿੱਦਾਂ ਸੇਵਾ 'ਚ ਦਿਨ ਰਾਤ ਗਲਤਾਨ ਰਹਿੰਦੇ ਹੋਣਗੇ। ਪਰ ਸਾਧ ਸੰਗਤ ਜੀ, ਇਹਨੂੰ ਕਿਹਾ ਸੀ ਜਿਨ ਪੱਟ ਅੰਦਰ ਬਾਹਰ। ਗੱਲ ਇਹ ਨਹੀਂ ਕਿ ਬਾਹਰੋਂ ਗੁਣ ਦੇਣ ਵਾਲਾ ਪਾਤਸ਼ਾਹ, ਉਹ ਕਹਿੰਦਾ ਕੋਈ ਗੱਲ ਨਹੀਂ, ਬਾਹਰੋਂ ਹੱਥ ਪਸ਼ੂਆਂ ਦੀ ਖੱਲ ਲਾ ਕੇ ਲਿਬੜੇ ਵੀ ਹੋਣਗੇ ਨਾ ਤਾਂ ਵੀ ਕੋਈ ਗੱਲ ਨਹੀਂ, ਅੰਦਰੋਂ ਰੱਬ 'ਚ ਇੱਕ ਮਿੱਕ ਹੈ, ਸੂਤ ਇੱਕ ਜਿਉਂ ਤਾਣਾ ਪੇਟਾ। ਬੰਧਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਅਰੈ ਦੀਨ। ਇਹ ਜਾਦੂ ਕਿਵੇਂ ਵਰਤਿਆ? ਜਦੋਂ ਹਿਰਦੇ 'ਚ ਗੁਰੂ ਦਾ ਸ਼ਬਦ ਵਰਤਿਆ, ਭੂਮੀਏ ਦੀ ਚੋਰੀ ਛੁੱਟ ਗਈ। ਹਿਰਦੇ 'ਚ ਉਹਨੇ ਟਿਕਾ ਦਿੱਤਾ ਵੀ ਇੱਥੇ ਨਹੀਂ ਟਿਕਾਇਆ ਇਕੱਲਾ ਬੁੱਧੀ 'ਚ, ਚੇਤੇ ਵਿੱਚ ਬੜਾ ਕੁਝ ਯਾਦ ਕੀਤਾ ਹੋਇਆ, ਪਰ ਭੂਮੀਏ ਵਾਂਗ ਵਿਕਾਰਾਂ ਤੋਂ, ਚੋਰੀ ਤੋਂ ਹੱਥ ਨਹੀਂ ਪਿੱਛੇ ਪਰਤਦੇ। ਉਹ ਉਦਣ ਖਿੱਚੇ ਜਾਣੇ ਆ ਜਿੱਦਣ ਗੁਰ ਕੋ ਸ਼ਬਦ ਮੇਰਾ ਹੀਅਰੈ ਦੀਨ। ਬੁੱਧੀ ਬੜੇ ਲੋਕਾਂ ਦੀ ਤਿੱਖੀ ਤੋਂ ਤਿੱਖੀ ਹੁੰਦੀ ਹੈ। ਬੁੱਧੀ ਕਰਕੇ, ਅਕਲ ਕਰਕੇ ਬਹੁਤ ਲੋਕ ਸ਼ਾਸਤਰਾਂ ਦੇ ਗਿਆਤਾ ਬਣ ਗਏ ਆ, ਗ੍ਰੰਥਾਂ ਨੂੰ ਯਾਦ ਕਰ ਲਿਆ। ਰਾਵਣ ਨੂੰ 4 ਵੇਦਾਂ ਦਾ ਗਿਆਤਾ ਕਿਹਾ ਜਾਂਦਾ ਸੀ। ਇਸਤਰੀ ਬਗਾਨੀ ਚੁੱਕ ਲਿਆਂਦੀ। ਭਾਵੇਂ ਕਿਰਦਾਰ ਦਾ ਉੱਚਾ ਸੀ, ਪਰ ਇਹ ਦਾਗ ਨਹੀਂ ਧੁੱਪਿਆ। ਗੁਰ ਕੋ ਸ਼ਬਦ ਮੇਰਾ ਹੀਅਰੈ ਦੀਨ। ਫੇਰ ਹੱਥ ਪਿੱਛੇ ਮੁੜਦੇ ਵੀ ਨਹੀਂ ਭਾਈ, ਗੁਰੂ ਦਾ ਸ਼ਬਦ ਅੰਦਰੋਂ ਬੋਲਿਆ ਕਿ ਇਹ ਚੋਰੀ ਨਹੀਂ ਕਰਨੀ। ਭੂਮੀਆਂ ਸਾਧ ਹੋ ਗਿਆ, ਸੰਤ ਹੋ ਗਿਆ। ਉਹਨੇ ਬਾਹਰਲੀ ਚਮੜੀ ਤੇ ਵੇਖੀ ਨਹੀਂ, ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ, ਪ੍ਰੇਮ ਗਹਿਓ। ਕਿਹਨੂੰ ਫੜਦਾ ਉਹ? ਗ੍ਰਹਿਣ ਕੀ ਕਰਦਾ? ਪ੍ਰੇਮ ਗਹਿਓ। ਤੇ ਜਦੋਂ ਮੈਨੂੰ ਪਕੜਿਆ ਪ੍ਰੇਮ ਕਰਕੇ, ਮੋਹੇ ਹਰ ਰੰਗ ਭੀਨ, ਰੱਬੀ ਰੰਗ ਵਿੱਚ ਰੰਗ ਦਿੱਤਾ। ਭਿੱਜ ਗਿਆ, ਭੀਨ ਮਤਲਬ ਭਿੱਜ ਗਿਆ ਰੰਗ 'ਚ, ਵਾਹਿਗੁਰੂ ਜੀ ਵਿੱਚ। ਦੁਨੀਆ ਚਮੜੀ ਵੇਖਦੀ ਸੀ, ਦੁਨੀਆ ਪਹਿਰਾਵਾ ਵੇਖਦੀ ਸੀ, ਦੁਨੀਆ ਵੇਸ ਵੇਖਦੀ ਸੀ, ਤੇ ਵੇਸ ਵੇਖ ਕੇ ਕਹਿ ਦਿੱਤਾ ਵਾਹ ਵਾਹ, ਉਜਲਾ ਹੈ। ਉਜਲਾ ਤੇ ਬਗਲਾ ਵੀ ਹੈ, ਬੜਾ ਸ਼ਾਂਤ ਹੈ, ਪਰ ਨੀਅਤ ਬੜੀ ਖੋਟੀ ਹੈ। ਘੁੱਟ ਘੁੱਟ ਜੀਆਂ ਖਾਵਣੇ, ਬੱਗੇ ਨਾ ਕਹੀਆਂ। ਉਜਲੇ ਨਹੀਂ ਹਨ, ਬੱਗੇ ਨਹੀਂ ਹਨ। ਬੱਗੇ ਦਾ ਮਤਲਬ ਹੁੰਦਾ ਸਫੇਦ, ਉਜਲੇ ਸਾਫ। ਪ੍ਰੇਮ ਗਹਿਓ ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮਿੱਠੇ ਬਣ, ਕੱਖ ਵੀ ਨਹੀਂ ਸੀ। ਪਰ ਗੁਣ ਅਵਗੁਣ ਮੇਰਾ ਕਛ ਨਾ ਵਿਚਾਰਿਓ, ਬਖਸ਼ ਲਿਓ ਖਿਨ ਮਾਹੀ। ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ, ਪੇਖਿਓ ਲਾਲਨ। ਇਹਨੂੰ ਕਹਿੰਦੇ ਆ ਦਰਸ਼ਨ ਕਰਨੇ। ਇਹਨੂੰ ਕਹਿੰਦੇ ਆ ਜਿਸ ਡਿਠੈ ਸਭ ਦੁੱਖ ਜਾਏ। ਮੂਹ ਲਾਲਨ ਸਿਉ ਪ੍ਰੀਤ ਬਣੀ ਲਾਲਨ, ਪੇਖਿਓ ਲਾਲਨ। ਜਿਨ੍ਹਾਂ ਨੇ ਅਜੇ ਪੇਖਿਆ ਹੀ ਨਹੀਂ, ਉਹਨਾਂ ਨੂੰ ਕੀ ਪਤਾ ਕਿੱਦਾਂ ਦਾ ਹੁੰਦਾ। ਤੂੰ ਪ੍ਰਤੀਤ ਤੇ ਕਰ ਵੀ ਕਿਵੇਂ ਦਾ ਹੋ। ਐਸੋ ਗੁਣ ਮੇਰੋ ਪ੍ਰਭ ਜੀ ਕੀ। ਮੂਹ ਲਾਲਨ ਸਿਉ ਪ੍ਰੀਤ ਬਣੀ, ਤੋਰੀ ਨਾ ਟੂਟੈ, ਸ਼ੋਰੀ ਨਾ ਛੂਟੈ। ਐਸੀ ਮਾਧੋ ਖਿੰਚ ਤਣੀ। ਇੰਨੀ ਧੂ ਪਈ ਹੋਈ ਹੈ, ਇੰਨਾ ਜੁੜਿਆ ਹੋਇਆ, ਇੰਨਾ ਦਿਨ ਰਾਤ ਬੇਬਲ ਹਾਂ ਤੇਰੀ ਪ੍ਰੀਤ 'ਚ। ਹੁਣ ਇਹ ਤੋੜਿਆਂ ਟੁੱਟ ਨਹੀਂ ਸਕਦੀ, ਇਹ ਛੱਡਿਆਂ ਛੁੱਟ ਨਹੀਂ ਸਕਦੀ। ਲਾਲਨ ਪੇਖਿਓ ਰੀ ਉੱਚਾ। ਕਿੱਦਾਂ ਪੇਖਿਆ? ਜਦੋਂ ਦਰਵਾਜ਼ੇ ਖੁੱਲ੍ਹ ਗਏ, ਤਖਤੇ ਬੰਦ ਸੀ, ਹੈ ਤੇ ਅੰਦਰ ਹੀ ਸੀ, ਦੂਰ ਨਹੀਂ ਸੀ। ਦੂਰ ਕਤਹੂ ਨਾ ਜਾਈ,
दूर नहीं सी साध संगत, है अंदर ही सी, पर तख्ते बड़े मोटे मोटे ऐ दरवाजे बंद सी, दरवाजे दे दो तख्ते दो पट। जो दरवाजे बंद सी सानू उहदा पता नहीं सी, ते आ जिहड़ा जिन्ने जुड़ना सी खसम नाल ये भटकदा फिरदा सी। खोलियो कपाट तां मन ठहराई, जिहड़ा कहंदा ना जी ठहरदा नहीं, कपाट ते खोल, दरवाजे ते खोल। कपट खुल गए, ठहर गया, टिक गया। पेख्यो लालन पाट बीच विच जड़े दरवाजे सी तख्ते सी खोए, कल्ले खुले नहीं। सच्चे बादशाह कहंदे खोए मतलब पुट के सुट दित्ती जिहड़ी विथ वाली कंध सी, दरवाजे पट के सुट दिते। इन्हां दा काम ही कोई नहीं, ते जदों विच दोहां घरां दे विचों कंध कढ दईए ते फिर एक बन जांदा। कंध सी, भीत दा अर्थ हुंदा कंध। कंध कादी सी? हौमै भीत करारी, तगड़ी कंध सी। ते उन्हें ऐसो गुण मेरो प्रभ जी कीन, होर किसे को नहीं सी टैंदी। वो दरवाजे चुगाठां कोई नहीं सी पुट सकदा, ऐसे गुण कीते कि मैं सामने वेख्या ते वो जिहड़े परदे सी वो पट के परे मारे। वेख्यो री उच्चा मोहन सब ते उच्चा। फिर वो वड्डे मरतबे वाला मैं वेख लिया। पाट बीच खोए आनंद चिता हरखे पतीन, मन भतीज गया, मन टिक गया, चित आनंदित हो गया, खिड़ गया हिरदा। जिहड़ा मन भतीजदा नहीं सी ना सी टिक, बच्चा नहीं भतीजदा, भतीज गया फिर टिक गया। जे नहीं भतीजदा जिद ही करी जांदा, भी लैना है भी लैना है भी। फिर असीं शब्द वरतने मामा हुण भतीज गया, पतिया लिया इनू, तो मन भतीज गया, टिक गया जी। फिर तो जो मन टिक गया फिर पता लग्या भी घर का तो मालक ही हुआ, मैं एवें विच कंध कढ़ के वखरा मालक बनिया सी। तिस ही को गृह सोई प्रभ नानक, सो ठाकुर तिस ही को धीन। धीन का मतलब होंदा अधीन होना, ओदे सपुरद होना। वो मालक है तो मैं ओदे सपुरद हाँ। मैं तो एवें कंध कढ़ के वखरा मालक बनया होया सी, मालक तो वो है। जो कंध ढई किवें? ਜਦੋਂ मेरे साहिब ने ऐसे गुण बख्शे, ऐसो गुण मेरो प्रभ जी की। बाणी बड़ी सरल है, सिक्खी बड़ी सौखी है, गुरु सिर ते हथ रख दे। ते जे असीं अपनी चतुराइयां दे बल बुत्ते वेखीए फिर असीं कासी जोगे भी नहीं। तो महाराज दया करन, सानू औगण धो के कढ़ के ते गुणवंते बनाउण महाराज। ये गुरु दे चरनां च रजोई है जी, भुल्लां बख्शणियां, असीस देनी। वाहिगुरु जी का खालसा, वाहिगुरु जी की फतेह। रामकली महला तीजा। आनंद एक ओंकार सतगुर प्रसाद। आनंद भया मेरी माए, सतगुर तां पाया सहज सेती। राग रतन परवार परियां, शब्दों तां गावो हरि केरा। कह नानक आनंद होआ, ए मन मेरिया। हर नाल रहो तू मन मेरे, अंगीकार ओह करे तेरा।